ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਗਗਨਦੀਪ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਦੋਦੜਾ ਆਸ ਕਰਦਾ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋਵੋਗੇ ਅਤੇ ਰੋਜ਼ਾਨਾ ਦੀ ਤਰ੍ਹਾਂ ਪੜ੍ਹਾਈ ਕਰ ਰਹੇ ਹੋਵੋਗੇ। ਸੋ ਅੱਜ ਆਪਾਂ 9ਵੀਂ ਸ਼੍ਰੇਣੀ ਦਾ ਪਹਿਲਾ ਅਧਿਆਇ ਸੰਖਿਆ ਪ੍ਰਣਾਲੀ ਨੂੰ ਸਮਝਾਂਗੇ। ਸੰਖਿਆ ਪ੍ਰਣਾਲੀ ਨੂੰ ਸਮਝਣ ਲਈ ਅਸੀਂ ਸਭ ਤੋਂ ਪਹਿਲਾਂ ਪਿਛਲੀ ਜਮਾਤ ਵਿੱਚ ਪੜ੍ਹੀਆਂ ਗਈਆਂ ਵੱਖ-ਵੱਖ ਸੰਖਿਆਵਾਂ ਨੂੰ ਫੇਰ ਤੋਂ ਸਮਝਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਕੁਦਰਤੀ ਸੰਖਿਆਵਾਂ, ਜਿਨ੍ਹਾਂ ਨੂੰ ਪ੍ਰਾਕਿਰਤਿਕ ਸੰਖਿਆਵਾਂ ਵੀ ਕਿਹਾ ਜਾਂਦਾ ਹੈ, ਬਾਰੇ ਪੜ੍ਹਾਂਗੇ। ਪ੍ਰਾਕਿਰਤਿਕ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜੋ ਆਪਾਂ ਨੂੰ ਰੋਜ਼ਾਨਾ ਜੀਵਨ ਵਿੱਚ ਵਸਤੂਆਂ ਨੂੰ ਗਿਣਨ ਲਈ ਵਰਤੀਆਂ ਜਾਂਦੀਆਂ ਹਨ। ਜਦੋਂ ਕਿਸੇ ਵੀ ਵਸਤੂ ਨੂੰ ਗਿਣਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਸ ਅੰਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਹ ਕਿਹੜਾ ਅੰਕ ਹੁੰਦਾ ਹੈ ਬੇਟਾ? 1। ਸੋ ਸਭ ਤੋਂ ਛੋਟੀ ਜਾਂ ਸਭ ਤੋਂ ਪਹਿਲੀ ਪ੍ਰਾਕਿਰਤਿਕ ਸੰਖਿਆ 1 ਹੈ। ਤਾਂ ਉਸ ਤੋਂ ਬਾਅਦ 2, 3, 4, 5 ਇਸ ਤਰੀਕੇ ਨਾਲ ਅਨੇਕਾਂ ਪ੍ਰਾਕਿਰਤਿਕ ਸੰਖਿਆਵਾਂ ਸਾਡੇ ਸਾਹਮਣੇ ਆਉਂਦੀਆਂ ਹਨ। ਤਾਂ ਫਿਰ ਇਹ ਸੰਖਿਆਵਾਂ ਕਿੱਥੋਂ ਤੱਕ ਜਾ ਸਕਦੀਆਂ ਹਨ? ਕੀ ਕੋਈ ਇਹ ਦੱਸ ਸਕਦਾ ਹੈ? ਨਹੀਂ, ਕਿਉਂਕਿ ਅਸੀਂ ਆਖਰੀ ਅੰਕ, ਸੰਖਿਆਵਾਂ ਦਾ ਆਖਰੀ ਅੰਕ ਨਹੀਂ ਪਤਾ ਕਰ ਸਕਦੇ, ਜੋ ਕਿ ਅਣਗਿਣਤ ਹੁੰਦਾ ਹੈ। ਇਸ ਲਈ ਆਖਰੀ ਅੰਕ ਨੂੰ ਅਸੀਂ ਪਰਿਭਾਸ਼ਿਤ ਨਹੀਂ ਕਰ ਸਕਦੇ। ਉਸ ਤੋਂ ਅੱਗੇ ਸਾਡੇ ਕੋਲ ਆਉਂਦੀਆਂ ਹਨ ਪੂਰਨ ਸੰਖਿਆਵਾਂ, ਜਿਨ੍ਹਾਂ ਨੂੰ ਅਸੀਂ ਹੋਲ ਨੰਬਰਸ ਵੀ ਕਹਿੰਦੇ ਹਾਂ। ਇੰਗਲਿਸ਼ ਵਿੱਚ ਕੀ ਕਿਹਾ ਜਾਂਦਾ ਇਹਨਾਂ ਨੂੰ? ਹੋਲ ਨੰਬਰਸ ਜਾਂ ਪੂਰਨ ਸੰਖਿਆਵਾਂ। ਇਸ ਨੂੰ ਇੰਗਲਿਸ਼ ਦੇ ਕੈਪੀਟਲ ਲੈਟਰ W ਨਾਲ ਦਰਸਾਇਆ ਜਾਂਦਾ ਹੈ। ਤਾਂ ਫਿਰ ਇਹ ਕਿਹੜੀਆਂ ਸੰਖਿਆਵਾਂ ਹੁੰਦੀਆਂ ਹਨ? ਜੇਕਰ ਅਸੀਂ ਪ੍ਰਾਕਿਰਤਿਕ ਸੰਖਿਆਵਾਂ ਵਿੱਚ 0 ਜੋੜ ਦਈਏ, ਕਿਹੜਾ ਅੰਕ ਜੋੜ ਦਈਏ? 0। ਜੇਕਰ ਅਸੀਂ ਪ੍ਰਾਕਿਰਤਿਕ ਸੰਖਿਆਵਾਂ ਵਿੱਚ 0 ਜੋੜ ਦਈਏ ਤਾਂ ਸਾਡੇ ਕੋਲੇ ਜੋ ਸੰਖਿਆਵਾਂ ਬਣਦੀਆਂ ਹਨ ਉਹਨਾਂ ਨੂੰ ਪੂਰਨ ਸੰਖਿਆਵਾਂ ਕਿਹਾ ਜਾਂਦਾ ਹੈ। ਭਾਵ ਸਭ ਤੋਂ ਛੋਟੀ ਪੂਰਨ ਸੰਖਿਆ ਕੀ ਬਣ ਗਈ ਬੇਟਾ? 0। ਉਸ ਤੋਂ ਬਾਅਦ 1, 2, 3, 4 ਬਾਕੀ ਸਾਰੀ ਪ੍ਰਾਕਿਰਤਿਕ ਸੰਖਿਆਵਾਂ ਇਹਦੇ ਵਿੱਚ ਜੁੜ ਜਾਂਦੀਆਂ ਹਨ। ਇਸ ਤੋਂ ਅਗਲਾ ਅੰਕ ਆਉਂਦਾ ਹੈ ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ, ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਇੰਟੀਜਰਸ ਵੀ ਕਹਿੰਦੇ ਹਾਂ ਅਤੇ ਇਸ ਨੂੰ ਇੰਗਲਿਸ਼ ਦੇ ਕੈਪੀਟਲ ਲੈਟਰ I ਜਾਂ Z ਨਾਲ ਦਰਸਾਇਆ ਜਾ ਸਕਦਾ ਹੈ। ਤਾਂ ਫਿਰ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਹਨ? ਜੇਕਰ ਅਸੀਂ ਪੂਰਨ ਸੰਖਿਆਵਾਂ ਦੇ ਵਿੱਚ, ਕਿਹਨਾਂ ਵਿੱਚ? ਪੂਰਨ ਸੰਖਿਆਵਾਂ ਦੇ ਵਿੱਚ ਰਿਣਾਤਮਕ ਸੰਖਿਆਵਾਂ ਐਡ ਕਰ ਦਈਏ, ਜੋੜ ਦਈਏ, ਭਾਵ -1, -2, -3 ਅਪ ਟੂ ਇਨਫਿਨਿਟੀ, ਭਾਵ ਜਿੱਥੋਂ ਤੱਕ ਸੰਖਿਆਵਾਂ ਹਨ, ਰਿਣਾਤਮਕ ਸੰਖਿਆਵਾਂ ਨੂੰ ਆਪਾਂ ਪੂਰਨ ਸੰਖਿਆਵਾਂ ਵਿੱਚ ਜੋੜ ਦਈਏ ਤਾਂ ਇਹ ਸਾਡੇ ਕੋਲ ਸੰਪੂਰਨ ਸੰਖਿਆਵਾਂ ਬਣ ਜਾਂਦੀਆਂ ਹਨ। ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਹਨ? ਜਿਨ੍ਹਾਂ ਵਿੱਚ ਰਿਣਾਤਮਕ, ਧਨਾਤਮਕ ਅਤੇ 0 ਅੰਕ
ਸ਼ਾਮਿਲ ਹੁੰਦਾ ਹੈ। ਭਾਵ ਰਿਣਾਤਮਕ ਸੰਖਿਆਵਾਂ ਦੇ ਵਿੱਚ ਜੇਕਰ ਪੂਰਨ ਸੰਖਿਆਵਾਂ ਜੁੜਦੀਆਂ ਹਨ ਉਹਨਾਂ ਨੂੰ ਸੰਪੂਰਨ ਸੰਖਿਆਵਾਂ ਕਿਹਾ ਜਾਂਦਾ ਹੈ। ਇਸ ਨੂੰ ਇੰਗਲਿਸ਼ ਦੇ ਕਿਹੜੇ ਅੱਖਰ ਨਾਲ ਦਰਸਾਇਆ ਜਾਂਦਾ ਹੈ? ਕੈਪੀਟਲ I ਜਾਂ ਕੈਪੀਟਲ Z ਨਾਲ। ਅਗਲਾ ਹੈ ਜੋ ਕਿ 9ਵੀਂ ਸ਼੍ਰੇਣੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ, ਪਰਿਮੇਯ ਸੰਖਿਆਵਾਂ। ਇਹਨਾਂ ਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਰੈਸ਼ਨਲ ਨੰਬਰਸ। ਤਾਂ ਫਿਰ ਸਭ ਤੋਂ ਪਹਿਲਾਂ ਰੈਸ਼ਨਲ ਨੰਬਰ ਕੀ ਹੁੰਦੇ ਹਨ, ਇਹਨਾਂ ਨੂੰ ਬੜੇ ਹੀ ਧਿਆਨਪੂਰਵਕ ਸਮਝਣਾ ਜ਼ਰੂਰੀ ਹੈ। ਰੈਸ਼ਨਲ ਨੰਬਰ ਜਾਂ ਪਰਿਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ P/Q, ਜਿੱਥੇ Q ਬਰਾਬਰ ਨਹੀਂ ਹੈ 0, Q ਬਰਾਬਰ ਨਹੀਂ 0 ਮਤਲਬ Q ਦਾ ਮੁੱਲ 0 ਨਹੀਂ ਹੋ ਸਕਦਾ, ਅਤੇ P/Q ਦੋਵੇਂ ਸੰਪੂਰਨ ਸੰਖਿਆਵਾਂ ਹੁੰਦੀਆਂ ਹਨ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। P/Q ਮਤਲਬ P ਅੰਸ਼ ਅਤੇ Q ਹਰ, ਯਾਨੀ ਕਿ ਭਿੰਨ ਰੂਪ ਵਿੱਚ ਦਰਸਾਇਆ ਜਾਂਦਾ ਹੈ। ਅਜਿਹੀਆਂ ਸੰਖਿਆਵਾਂ ਨੂੰ ਪਰਿਮੇਯ ਸੰਖਿਆਵਾਂ ਕਿਹਾ ਜਾਂਦਾ ਹੈ। ਪਰਿਮੇਯ ਸੰਖਿਆਵਾਂ ਵੀ ਅੱਗੇ ਦੋ ਕਿਸਮ ਦੀਆਂ ਹੁੰਦੀਆਂ ਹਨ, ਸ਼ਾਂਤ ਦਸ਼ਮਲਵ ਅਤੇ ਅਸ਼ਾਂਤ ਦਸ਼ਮਲਵ। ਜਿਵੇਂ ਕਿ ਨਾਮ ਤੋਂ ਪਤਾ ਚੱਲ ਰਿਹਾ ਆਪਾਂ ਨੂੰ, ਸ਼ਾਂਤ ਦਸ਼ਮਲਵ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਭਾਗ ਕਰਨ 'ਤੇ ਪੂਰਨ ਰੂਪ ਵਿੱਚ ਵੰਡ ਸਕੀਏ, ਉਹ ਸ਼ਾਂਤ ਦਸ਼ਮਲਵ ਸੰਖਿਆਵਾਂ ਅਖਵਾਉਂਦੀਆਂ ਹਨ। ਅਤੇ ਅਸ਼ਾਂਤ ਜਿਨ੍ਹਾਂ ਨੂੰ ਪੂਰਨ ਰੂਪ ਵਿੱਚ ਵੰਡਿਆ ਨਹੀਂ ਜਾ ਸਕਦਾ ਅਤੇ ਹਮੇਸ਼ਾ ਕੁਝ ਨਾ ਕੁਝ ਬਾਕੀ ਰਹਿੰਦਾ ਹੈ, ਪਰ ਇਸ ਦੇ ਵਿੱਚ ਜੋ ਸੰਖਿਆਵਾਂ ਨੂੰ ਵੰਡਣ ਤੋਂ ਬਾਅਦ ਮਿਲਦਾ ਹੈ ਉਹ ਬਾਰ-ਬਾਰ ਆਉਂਦਾ ਹੈ। ਜਿਵੇਂ 3 ਨੂੰ 20 ਨਾਲ ਵੰਡਣ 'ਤੇ 3 ਨੂੰ 20 ਨਾਲ ਵੰਡਣ 'ਤੇ ਸਾਡੇ ਕੋਲ 6.66666 ਅਤੇ ਬਾਕੀ ਹਮੇਸ਼ਾ 2 ਬਚਦਾ ਹੈ ਆਉਂਦਾ ਹੈ। ਸੋ ਇਸ ਨੂੰ ਅਸੀਂ 6.6 ਦੀ ਬਾਰ ਵੀ ਲਿਖ ਸਕਦੇ ਹਾਂ। ਸੋ ਅਜਿਹੀਆਂ ਸੰਖਿਆਵਾਂ ਨੂੰ ਪਰਿਮੇਯ ਸੰਖਿਆ ਕਿਹਾ ਜਾਂਦਾ ਹੈ, ਜਿਸ ਨੂੰ ਇੰਗਲਿਸ਼ ਵਿੱਚ ਰੈਸ਼ਨਲ ਨੰਬਰਸ ਵੀ ਕਿਹਾ ਜਾਂਦਾ ਹੈ, ਅਤੇ ਇਸ ਨੂੰ ਇੰਗਲਿਸ਼ ਦੇ Q ਅੰਕ ਨਾਲ ਦਰਸਾਇਆ ਜਾਂਦਾ ਹੈ। ਆਖਰ ਵਿੱਚ ਆਉਂਦਾ ਹੈ ਅਪਰਿਮੇਯ ਸੰਖਿਆਵਾਂ। ਅਪਰਿਮੇਯ ਸੰਖਿਆਵਾਂ ਭਾਵ ਇਰਰੈਸ਼ਨਲ ਨੰਬਰਸ। ਹੁਣ ਇਸ ਦੀ ਪਰਿਭਾਸ਼ਾ ਕੀ ਹੋਵੇਗੀ? ਅਪਰਿਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ P/Q ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ, ਮਤਲਬ ਇਸ ਨੂੰ ਭਿੰਨ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ, ਜਿੱਥੇ Q ਬਰਾਬਰ ਨਹੀਂ ਹੁੰਦਾ 0 ਅਤੇ P ਅਤੇ Q ਕੋਈ ਵੀ ਸੰਪੂਰਨ ਸੰਖਿਆ ਹੋ ਸਕਦੀ ਹੈ। ਇਸ ਨੂੰ ਸਮਝਣ ਦੇ ਲਈ ਸਾਨੂੰ ਕੁਝ ਉਦਾਹਰਨਾਂ ਲਵਾਂਗੇ। ਉਦਾਹਰਨ ਦੇ ਤੌਰ 'ਤੇ ਜੇਕਰ ਅਸੀਂ 2 ਦਾ ਵਰਗਮੂਲ ਜਾਂ 3 ਦਾ ਵਰਗਮੂਲ ਪਤਾ ਕਰੀਏ ਤਾਂ ਉਹ ਇੱਕ ਪਰਿਮੇਯ ਸੰਖਿਆ ਹੋਵੇਗੀ ਜੋ ਕਿ ਪੂਰਨ ਰੂਪ ਵਿੱਚ ਨਹੀਂ ਵੰਡੀ ਜਾਵੇਗੀ ਜਾਂ P/Q ਦੇ ਰੂਪ ਵਿੱਚ
ਨਹੀਂ ਦਰਸਾਈ ਜਾ ਸਕਦੀ। ਪਰ ਇਸ ਦੇ ਉਲਟ ਜੇਕਰ ਅਸੀਂ 4 ਦਾ ਵਰਗਮੂਲ ਪਤਾ ਕਰੀਏ ਤਾਂ ਸਾਡੇ ਕੋਲ 2 ਆਵੇਗਾ, ਜੋ ਕਿ ਇੱਕ ਪਰਿਮੇਯ ਸੰਖਿਆ ਹੁੰਦਾ ਹੈ। ਇਸ ਲਈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਪਰਿਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਵਰਗਮੂਲ ਜਾਂ ਘਨਮੂਲ ਪੂਰਨ ਰੂਪ ਵਿੱਚ ਵੰਡਿਆ ਨਾ ਜਾ ਸਕੇ ਅਤੇ ਇਸ ਨੂੰ P/Q ਦੇ ਰੂਪ ਵਿੱਚ ਨਾ ਦਰਸਾਇਆ ਜਾ ਸਕੇ। ਸਭ ਤੋਂ ਜ਼ਰੂਰੀ ਪਾਈ ਦਾ ਮੁੱਲ ਵੀ ਇੱਕ ਅਪਰਿਮੇਯ ਸੰਖਿਆ ਹੁੰਦਾ ਹੈ। ਇਹ ਦਾ ਆਪਣਾ ਅਭਿਆਸ ਦਾ ਇੱਕ ਕੁਐਸਚਨ ਵੀ ਹੱਲ ਕਰਾਂਗੇ, ਜੋ ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ। ਇਸ ਦੀ ਇੱਕ ਵਾਰ ਦੁਹਰਾਈ ਕਰਾਂਗੇ। ਸਭ ਤੋਂ ਪਹਿਲਾਂ ਪ੍ਰਾਕਿਰਤਿਕ ਸੰਖਿਆਵਾਂ ਉਹ ਸੰਖਿਆਵਾਂ ਜੋ ਕਿਸੇ ਵਸਤੂ ਨੂੰ ਗਿਣਨ ਦੇ ਵਿੱਚ ਮਹੱਤਵਪੂਰਨ ਹੁੰਦੀਆਂ ਹਨ, ਭਾਵ ਜਿੱਥੋਂ ਗਿਣਤੀ ਸ਼ੁਰੂ ਹੁੰਦੀ ਹੈ ਉੱਥੋਂ ਸ਼ੁਰੂ ਹੁੰਦੀਆਂ ਹਨ, ਜਿਵੇਂ 1 2 3 ਅਪ ਟੂ ਇਨਫਿਨਿਟੀ। ਇਸ ਨੂੰ ਇੰਗਲਿਸ਼ ਦੇ ਕੈਪੀਟਲ N ਨਾਲ ਦਰਸਾਇਆ ਜਾਂਦਾ ਹੈ ਅਤੇ ਇਸ ਨੂੰ ਇੰਗਲਿਸ਼ ਵਿੱਚ ਨੈਚੁਰਲ ਨੰਬਰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਪੂਰਨ ਸੰਖਿਆਵਾਂ ਹੋਲ ਨੰਬਰਸ, ਜਿਸ ਨੂੰ W ਨਾਲ ਦਰਸਾਇਆ ਜਾਂਦਾ ਹੈ। ਜੇਕਰ ਅਸੀਂ ਪ੍ਰਾਕਿਰਤਿਕ ਸੰਖਿਆਵਾਂ ਨੂੰ ਪੂਰਨ 0 ਵਿੱਚ ਐਡ ਕਰ ਦਈਏ ਤਾਂ ਸਾਨੂੰ ਪੂਰਨ ਸੰਖਿਆਵਾਂ ਪ੍ਰਾਪਤ ਹੁੰਦੀਆਂ ਹਨ। ਉਸ ਤੋਂ ਬਾਅਦ ਸੰਪੂਰਨ ਸੰਖਿਆਵਾਂ, ਜੇਕਰ ਅਸੀਂ ਪੂਰਨ ਸੰਖਿਆਵਾਂ ਵਿੱਚ ਰਿਣਾਤਮਕ ਸੰਖਿਆਵਾਂ -1 -2 ਐਡ ਕਰ ਦਿੰਦੇ ਹਾਂ ਤਾਂ ਸਾਨੂੰ ਸੰਪੂਰਨ ਸੰਖਿਆਵਾਂ ਪ੍ਰਾਪਤ ਹੁੰਦੀਆਂ ਹਨ ਅਤੇ ਇਸ ਨੂੰ ਇੰਗਲਿਸ਼ ਵਿੱਚ ਇੰਟੀਜਰਸ ਵੀ ਕਿਹਾ ਜਾਂਦਾ ਹੈ, ਜਿਸ ਨੂੰ ਇੰਗਲਿਸ਼ ਦੇ ਕੈਪੀਟਲ ਲੈਟਰ I ਔਰ Z ਨਾਲ ਵੀ ਦਰਸਾਇਆ ਜਾਂਦਾ ਹੈ। ਨੰਬਰ 4 ਪਰਿਮੇਯ ਸੰਖਿਆਵਾਂ ਰੈਸ਼ਨਲ ਨੰਬਰਸ, ਉਹ ਸੰਖਿਆਵਾਂ ਜਿਸ ਨੂੰ P/Q ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ, ਜਿੱਥੇ Q ਦਾ ਮੁੱਲ ਕਦੇ ਵੀ 0 ਨਹੀਂ ਹੁੰਦਾ ਅਤੇ P ਅਤੇ Q ਕੋਈ ਵੀ ਸੰਪੂਰਨ ਸੰਖਿਆ ਹੋ ਸਕਦੀ ਹੈ। ਅਜਿਹੀਆਂ ਸੰਖਿਆਵਾਂ ਨੂੰ ਪਰਿਮੇਯ ਸੰਖਿਆ ਕਿਹਾ ਜਾਂਦਾ ਹੈ। ਇੱਕ ਗੱਲ ਜੋ ਆਪਾਂ ਹੁਣ ਸਿੱਖਾਂਗੇ, ਪਰਿਮੇਯ ਸੰਖਿਆ ਜੇਕਰ ਅਸੀਂ ਕਿਸੇ ਵੀ ਸੰਪੂਰਨ ਸੰਖਿਆ ਦੇ ਨੀਚੇ 1 ਲਿਖ ਦਈਏ ਤਾਂ ਉਸ ਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ, ਪਰ ਸੰਪੂਰਨ ਸੰਖਿਆ ਦਾ ਰੂਪ ਪਰਿਮੇਯ ਸੰਖਿਆ ਦੇ ਰੂਪ ਵਿੱਚ ਬਦਲ ਜਾਵੇਗਾ, ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਹਰੇਕ ਸੰਪੂਰਨ ਸੰਖਿਆ ਇੱਕ ਪਰਿਮੇਯ ਸੰਖਿਆ ਹੁੰਦੀ ਹੈ, ਜਿੱਥੇ Q ਦਾ ਮੁੱਲ ਕੀ ਹੋਵੇਗਾ 1। ਪਰਿਮੇਯ ਸੰਖਿਆਵਾਂ 2 ਤਰ੍ਹਾਂ ਦੀਆਂ ਹੁੰਦੀਆਂ ਹਨ, ਸ਼ਾਂਤ ਅਤੇ ਅਸ਼ਾਂਤ। ਸ਼ਾਂਤ ਜਿਸ ਵਿੱਚ ਪੂਰਨ ਰੂਪ ਵਿੱਚ ਭਾਗ ਹੋ ਜਾਂਦੀ ਹੈ ਅਤੇ ਅਸ਼ਾਂਤ ਜਿਸ ਵਿੱਚ ਵੰਡ ਕਰਨ 'ਤੇ ਸੰਖਿਆਵਾਂ ਬਾਰ-ਬਾਰ ਆਉਂਦੀਆਂ ਹਨ ਅਤੇ ਅਤੇ ਬਾਕੀ ਕੁਝ ਬਚਦਾ ਹੈ। ਅਪਰਿਮੇਯ ਸੰਖਿਆਵਾਂ ਉਹ ਸੰਖਿਆਵਾਂ ਜਿਨ੍ਹਾਂ ਨੂੰ P/Q ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ ਅਤੇ Q ਦਾ ਮੁੱਲ ਕਦੇ ਵੀ 0 ਨਹੀਂ ਹੋ ਸਕਦਾ। P ਅਤੇ Q ਦੋਵੇਂ ਹੀ ਸੰਪੂਰਨ ਸੰਖਿਆਵਾਂ ਹੁੰਦੀਆਂ ਹਨ। ਉਦਾਹਰਨ ਵਜੋਂ ਵਰਗਮੂਲ 2, ਵਰਗਮੂਲ 3, ਵਰਗਮੂਲ 7 ਇਸ ਤਰੀਕੇ ਦੀਆਂ ਸੰਖਿਆਵਾਂ ਅਪਰਿਮੇਯ ਸੰਖਿਆਵਾਂ ਹੁੰਦੀਆਂ ਹਨ। ਤਾਂ ਫਿਰ ਅਸੀਂ
ਆਖਰ ਵਿੱਚ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸਾਰੀਆਂ ਹੀ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ ਅਤੇ ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਦੇ ਮੇਲ ਤੋਂ ਸਾਨੂੰ ਸੰਖਿਆ ਵਾਸਤਵਿਕ ਸੰਖਿਆਵਾਂ ਪ੍ਰਾਪਤ ਹੁੰਦੀਆਂ ਹਨ, ਜਿਸ ਨੂੰ ਇੰਗਲਿਸ਼ ਵਿੱਚ ਰੀਅਲ ਨੰਬਰਸ ਕਿਹਾ ਜਾ ਸਕਦਾ ਹੈ। ਸੋ ਵਾਸਤਵਿਕ ਸੰਖਿਆ ਪਰਿਮੇਯ ਸੰਖਿਆਵਾਂ ਅਤੇ ਅਪਰਿਮੇਯ ਸੰਖਿਆਵਾਂ ਦਾ ਮੇਲ ਹੁੰਦਾ ਹੈ। ਸੋ ਆਸ ਕਰਾਂਗਾ ਕਿ ਤੁਸੀਂ ਇਸ ਅੱਜ ਦੇ ਟੌਪਿਕ ਸੰਖਿਆ ਪ੍ਰਣਾਲੀ ਨੂੰ ਵਿਸਥਾਰਪੂਰਵਕ ਸਮਝ ਗਏ ਹੋਵੋਗੇ ਅਤੇ ਇਸ ਨਾਲ ਤੁਸੀਂ ਆਪਣੇ 9ਵੀਂ ਸ਼੍ਰੇਣੀ ਦੇ ਪਹਿਲੇ ਅਧਿਆਇ ਨੂੰ ਹੱਲ ਕਰਨ ਵਿੱਚ ਮਦਦਗਾਰ ਹੋਵੇਗਾ। ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਦੁਆਬਾ ਰੇਡੀਓ।